खेती किसान ते जिहड़ा कर्जा है उस दा बोझ किसान झल्लण तो असमर्थ होया होया है। इस तरीके दे हालात बने हुए है ते पंजाब सरकार ने 2 लाख तक दे 5 एकड़ तक वाले किसानां दे कर्जे जिहड़े आ ओह माफ करन दा ऐलान कीता सी। ਉਹਦੇ ਵਿੱਚ ਲਗਭਗ 1.5 ਲੱਖ ਕਿਸਾਨਾਂ ਦਾ ਕਰਜ਼ਾ ਅਜੇ ਮਾਫ ਨਹੀਂ ਹੋਇਆ ਤੇ ਨਾਲ ਜਿਹੜਾ ਲੈਂਡ ਮੌਰਗੇਜ ਬੈਂਕ ਹੈ, ਜਿਹੜਾ ਕਿ ਕਿਸਾਨ ਜ਼ਿਆਦਾਤਰ ਲੈਂਡ ਮੌਰਗੇਜ ਬੈਂਕ ਤੋਂ ਕਰਜ਼ਾ ਲੈਂਦੇ ਹੈ, ਉਹ ਵੀ ਇਹਦੇ ਵਿੱਚੋਂ ਰਹਿ ਗਿਆ ਸੀ। ਉਹਦੇ 2 ਏਕੜ 5 ਏਕੜ ਤੱਕ ਦੇ 2 ਲੱਖ ਤੱਕ ਦੇ ਕਰਜ਼ੇ ਜਿਹੜੇ ਉਹ ਮਾਫ ਨਹੀਂ ਸੀ ਹੋਏ। ਸੋ ਕੱਲ ਕਿਸਾਨ ਯੂਨੀਅਨ ਵੀ ਮਿਲੀਆਂ ਸੀ। पंजाब सरकार ने फैसला किया है कि 2 लाख तक के कर्जे जिन्हां किसानां दे बकाया रह गए है, जिहड़े कि हुण शायद 2 लाख परिवार बन जाणगे, उन्हां दा ये टोटल 2 लाख तक का कर्जा जिहड़ा क्रॉप लोन है वो माफ किया जाएगा। जिहड़ी पहली स्कीम है उस स्कीम के तहत ਜਿਹੜੇ ਬਾਕੀ ਰਹਿ ਗਏ ਹੈ ਤੇ ਲੈਂਡ ਮੌਰਗੇਜ ਬੈਂਕ ਦੇ ਜਿਹੜੇ ਕਰਜ਼ੇ ਹੈ ਉਹ ਅਸੀਂ ਮਾਫ ਕਰਨ ਜਾ ਰਹੇ ਹਾਂ। ਅਗਲੇ 10 ਦਿਨਾਂ ਦੇ ਵਿੱਚ ਅਸੀਂ ਇਹ ਪੈਸੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾ ਦੇਵਾਂਗੇ। 10 ਤੋਂ 15 ਦਿਨਾਂ ਦੇ ਵਿੱਚ ਇਹ ਲੈਂਡ ਮੌਰਗੇਜ ਬੈਂਕ ਦਾ ਵੈਸੇ ਅਸੀਂ ਹਿਸਾਬ ਅਜੇ ਕੱਢਣਾ ਹੈ ਕਿਉਂਕਿ ਕੱਲ ਹੀ ਇਹਦੇ ਬਾਰੇ ਫੈਸਲਾ ਹੋਇਆ ਹੈ, ਲੇਕਿਨ ਲਗਭਗ 2000 ਕਰੋੜ ਰੁਪਈਆ ਅਸੀਂ ਕਿਸਾਨਾਂ ਨੂੰ ਉਹਨਾਂ ਦੇ ਕਰਜ਼ਿਆਂ ਦੀ ਵਾਪਸੀ ਦੇ ਵਿੱਚ ਦੇਣ ਜਾ ਰਹੇ ਹਾਂ। ਉਹਦੇ ਨਾਲ ਸਾਡੀ ਇਹ ਸਕੀਮ ਬਿਲਕੁਲ ਕੰਪਲੀਟ ਹੋ ਜਾਏਗੀ ਕਿ 2 ਲੱਖ ਤੱਕ ਦੇ ਜਿਹੜੇ ਕਰਜ਼ੇ ਹੈ ਉਹ ਸਾਰੇ ਕਿਸਾਨਾਂ ਦੇ ਜਿਨ੍ਹਾਂ ਦੇ 5 ਏਕੜ ਤੱਕ ਜ਼ਮੀਨ ਹੈ ਉਹ ਪੰਜਾਬ ਸਰਕਾਰ ਵੱਲੋਂ ਮਾਫ ਕਰ ਦਿੱਤੇ ਜਾਣਗੇ। ਇਸ ਦੇ ਨਾਲ ਜਿਹੜੇ ਲੈਂਡਲੈਸ ਲੇਬਰਰ ਹੈ ਉਹਨਾਂ ਦੇ ਵੀ ਅਸੀਂ ਕਰਜ਼ੇ ਮਾਫ ਕੀਤੇ ਹੈ। 25,000 तक का उन्होंने कर्जा ऐसी कोऑपरेटिव सोसाइटियां का माफ कर दिता है। शेड्यूल कास्ट दे विचों जिहड़े लोन लए हुए सी कारपोरेशन चों वो माफ कर दिते है। एक 64 करोड़ रुपया होर है जिहड़ा कि ओन फंड कोऑपरेटिव सोसाइटियां है जिहदे विच गरीब लोगों के खेत मजदूरां दे या मजदूरां दे कर्जे है वो भी असी माफ करन जा रहे हैं। ओन फंड सोसाइटियां ਇਹਦਾ मतलब यह है कि ਜਿਹੜੇ सोसाइटियां ਦੇ ਕਰਜ਼ੇ ਪਹਿਲਾਂ ਸਰਕਾਰ ਦਾ ਪੈਸੇ ਦੇ ਮਾਫ ਕੀਤੇ ਹੈ। ਇੱਕ सोसाइटियां ਦੇ ਕੋਲ ਪੈਸਾ ਪਿਆ ਸੀ, ਉਹਨਾਂ ਨੇ ਵੀ ਕਿਸਾਨਾਂ ਖੇਤ ਮਜ਼ਦੂਰਾਂ ਨੂੰ ਕਰਜ਼ਾ ਦਿੱਤਾ ਹੋਇਆ। ਅਸੀਂ ਉਹ ਵੀ ਪੰਜਾਬ ਸਰਕਾਰ ਵੱਲੋਂ ਭਰਪਾਈ ਕਰ ਰਹੇ। ਲਗਭਗ 64 ਕਰੋੜ ਰੁਪਈਆ ਉਹ ਹੈ। ਸੋ ਇਸ ਕਰਕੇ ਕਿਸਾਨਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਉਹਨਾਂ ਦਾ ਕਰਜ਼ਾ ਚੱਕਿਆ। ਇਸ ਤੋਂ ਬਾਅਦ ਜਿਹੜੇ ਹੋਰ ਕਰਜ਼ੇ ਆ ਉਹਨਾਂ ਬਾਰੇ ਉਸ ਤੋਂ ਬਾਅਦ ਵਿਚਾਰ ਕੀਤਾ ਜਾਏਗਾ। ਕੈਬਨਿਟ ਦੇ ਵਿੱਚ ਕੱਲ ਫੈਸਲਾ ਲਿਆ ਗਿਆ ਹੈ ਕਿ ਜਨਰਲ ਕੈਟਾਗਰੀ ਕਮਿਸ਼ਨ ਪੰਜਾਬ ਸਰਕਾਰ ਨੇ ਬਣਾਉਣ ਦਾ ਫੈਸਲਾ ਲਿਆ ਹੈ, ਜਿਹੜਾ ਕਿ ਕੈਬਨਿਟ ਦੇ ਵਿੱਚ ਪਾਸ ਹੋ ਗਿਆ। क्योंकि जनरल कैटागरियां दे विच भी गरीब लोग हैं, वो लोग हैं जिन्हां दी सुनवाई नहीं हुंदी, जिन्हां नूं दे नाल कई बार अन्याय हो जाता है। उन्हां वास्ते भी असी एक कमीशन बनाया है जिहदा नाम जनरल कैटागरी कमीशन है ते उहदे विच वो असी कल पास कर दिता है। लंबरदारां दा मसला बड़ी देर तो चले आ रहा सी ते असी इसका हल कर दिता है। उन्हां दी डिमांड सी जद्दी पुश्ती दी, लेकिन असी एक सही तरीके नाल उन्हां नाल बैठ के रास्ता कढ़िया है। हुण ओह 5 साल तक सरबराही मतलब अपना चार्ज है जिहड़ा अपने लड़के नूं या किसी नूं दे सकदे है ते नाल जदों नैक्सट नंबरदार उन्हां दी जगह अपॉइंट होएगा, जेकर उन्हां दी डैथ हो जाती है तां उहदे विच एक्सपीरियंस नूं तरजीह दित्ती जाएगी। उहदे नाल इह है कि नंबरदार अपने लड़के नूं आसानी नाल
ਦੁਬਾਰੇ ਨੰਬਰਦਾਰ ਬਣਾ ਸਕਦੇ ਹਾਂ। ਇਹ ਉਹਨਾਂ ਦੀ ਡਿਮਾਂਡ ਸੀ, ਐਸੀ ਸਰਕਾਰ ਨੇ ਪੂਰੀ ਕਰ ਦਿੱਤੀ ਹੈ। ਮੋਟਰ ਵਹੀਕਲ ਐਕਟ ਟੈਕਸ ਵਿੱਚ ਮਿੰਨੀ ਬੱਸਾਂ ਅਤੇ ਟੈਕਸੀਆਂ ਨੂੰ ਕੋਰੋਨਾ ਟਾਈਮ ਦੇ ਤਹਿਤ 31/12/21 ਤੱਕ ਇਹਨਾਂ ਦਾ ਜਿਹੜਾ ਟੈਕਸ ਹੈ ਉਹ ਮਾਫ ਕਰ ਦਿੱਤਾ ਗਿਆ। ਇਹ ਕੱਲ ਕੈਬਨਿਟ ਦੇ ਵਿੱਚ ਅਸੀਂ ਫੈਸਲਾ ਲਿਆ। ਇਹਦੀਆਂ ਡਿਟੇਲਾਂ ਅਸੀਂ ਤੁਹਾਨੂੰ ਵੱਖਰੀਆਂ ਵੀ ਦੇ ਦਾਂਗੇ। ਇੱਕ ਸਾਡਾ ਐਲਾਨ ਸੀ, ਮੈਂ ਵਿਧਾਨ ਸਭਾ ਦੇ ਵਿੱਚ ਐਲਾਨ ਕੀਤਾ ਸੀ ਕਿ ਸ਼੍ਰੀ ਭਗਵਤ ਗੀਤਾ ਅਤੇ ਰਮਾਇਣ ਉੱਤੇ ਅਧਿਐਨ ਸੈਂਟਰ ਬਣਾਇਆ ਜਾਣਾ। ਕੱਲ ਕੈਬਨਿਟ ਦੇ ਵਿੱਚ ਅਸੀਂ ਪਾਸ ਕੀਤਾ ਹੈ ਕਿ ਪਟਿਆਲਾ ਦੇ ਵਿੱਚ ਜਿਹੜੀ ਓਪਨ ਯੂਨੀਵਰਸਿਟੀ ਬਣ ਰਹੀ ਹੈ, ਉਹਨਾਂ ਕੋਲ 42 ਏਕੜ ਜ਼ਮੀਨ ਹੈ। ਉਹਦੇ ਵਿੱਚੋਂ ਜ਼ਮੀਨ ਲੈ ਕੇ ਉੱਥੇ ਸ਼੍ਰੀ ਭਗਵਤ ਗੀਤਾ ਅਤੇ ਰਮਾਇਣ ਤੇ ਅਧਿਐਨ ਸੈਂਟਰ ਖੋਲ੍ਹਿਆ ਜਾਏਗਾ, ਜਿਹਦੀ ਸਾਰੀ ਰੂਪਰੇਖਾ ਬਣ ਗਈ ਹੈ। ਜ਼ਮੀਨ ਸਾਡੀ ਸਰਕਾਰ ਦੀ ਉਹ ਹੈ, ਯੂਨੀਵਰਸਿਟੀ ਦੀ ਹੈ। ਪਟਿਆਲੇ ਦੇ ਵਿੱਚ ਇਹ ਅਧਿਐਨ ਸੈਂਟਰ ਬਣਾਇਆ ਜਾਏਗਾ। ਇਹ ਸਰਕਾਰ ਨੇ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਨੇ, ਕਿਉਂਕਿ ਜਿਹੜੀਆਂ ਪੰਜਾਬੀ ਫਿਲਮਾਂ ਹੈ ਇਹਨਾਂ ਦੀ ਬੜੀ ਮਹੱਤਤਾ ਹੋ ਗਈ ਹੈ। ਪੰਜਾਬੀ ਮਿਊਜ਼ਿਕ ਨੂੰ ਵਰਲਡ ਵਾਈਡ ਪਸੰਦ ਕੀਤਾ ਜਾ ਰਿਹਾ ਹੈ। ਅੱਜ ਕੱਲ੍ਹ ਪੰਜਾਬੀ ਮਿਊਜ਼ਿਕ ਦੇ ਬਿਨਾਂ ਬਾਲੀਵੁੱਡ ਦੀਆਂ ਫਿਲਮਾਂ ਵੀ ਕਾਮਯਾਬ ਨਹੀਂ ਹੋ ਰਹੀਆਂ। ਇਸ ਲਈ ਇਸ ਨੂੰ बढ़ावा देने ਲਈ ਅਸੀਂ ਇੱਕ ਫਿਲਮ ਐਂਡ ਟੈਲੀਵਿਜ਼ਨ ਡਿਵੈਲਪਮੈਂਟ ਕੌਂਸਲ ਤਿਆਰ ਕੀਤੀ ਹੈ, ਜਿਹਦਾ ਕੱਲ ਫੈਸਲਾ ਲਿਆ ਹੈ। ਇਹਦੇ ਵਿੱਚ ਫਿਲਮਾਂ ਬਣਾਉਣ ਵਾਲੇ ਐਕਟਰ, ਪ੍ਰਮੋਟਰ, ਡਾਇਰੈਕਟਰ, ਇਹਨਾਂ ਨੂੰ ਜਿਸ ਤਰ੍ਹਾਂ ਪੰਜਾਬ ਆਰਟਸ ਕੌਂਸਲ ਹੈ, ਇਹ ਪੰਜਾਬ ਦੇ ਵਿੱਚ ਫਿਲਮ ਐਂਡ ਟੈਲੀਵਿਜ਼ਨ ਡਿਵੈਲਪਮੈਂਟ ਕੌਂਸਲ ਪੰਜਾਬ ਸਰਕਾਰ ਬਣਾਉਣ ਜਾ ਰਹੀ ਹੈ। ਕੱਲ ਇਹਦਾ ਅਸੀਂ ਫੈਸਲਾ ਕਰ ਲਿਆ ਤੇ ਇਹ ਇਸੇ 10 ਦਿਨਾਂ ਦੇ ਵਿੱਚ ਅਸੀਂ ਇਸ ਨੂੰ ਬਣਾ ਦਾਂਗੇ। ਇੱਕ ਵਨ ਟਾਈਮ ਸੈਟਲਮੈਂਟ ਫॉर PSIES ਇੰਡਸਟਰੀਅਲ ਪਾਰਕਸ ਵਾਸਤੇ ਅਸੀਂ ਸਕੀਮ ਲੈ ਕੇ ਆਏ ਹੈ। ਇਹ ਜਿਹੜੀ ਹੈ ਲਾਗੂ ਕਰਤੀ ਹੈ, ਕੱਲ ਕੈਬਨਿਟ ਦੀ ਮੀਟਿੰਗ ਦੇ ਵਿੱਚ ਪਾਸ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਵਿਕਰਮਜੀਤ ਸਿੰਘ ਮਜੀਠੀਆ ਤੇ FIR ਦਰਜ ਕੀਤੀ ਗਈ ਹੈ। ਉਹਦੇ ਬਾਰੇ ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ BJP ਦੀ ਸਰਕਾਰ ਦੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਨਸ਼ੇ ਫੈਲੇ, ਜਿਸ ਤਰੀਕੇ ਦੇ ਨਾਲ ਸਾਡੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਹੋਇਆ, ਮਾਵਾਂ ਦੀਆਂ ਕੁੱਖਾਂ ਰੁਲੀਆਂ ਤੇ ਪੰਜਾਬ ਨੂੰ ਉੜਤਾ ਪੰਜਾਬ ਤੱਕ ਦੇ ਮਿਹਣੇ ਸਹਿਣੇ ਪਏ। ਉਹਦੇ ਵਿੱਚ ਬਹੁਤ ਹੀ ਸਾਨੂੰ ਮੁਸੀਬਤਾਂ ਇੱਕ ਕਿਸਮ ਦੀਆਂ ਪੰਜਾਬ ਤੇ ਪੈ ਗਈਆਂ ਕਿ ਪੰਜਾਬ ਦੀ ਅਰਥ ਵਿਵਸਥਾ ਵਿਗੜ ਲੱਗ ਗਈ, ਪੰਜਾਬ ਦਾ ਨੌਜਵਾਨ ਖਰਾਬ ਹੋਣ ਲੱਗ ਗਿਆ, ਨੌਜਵਾਨੀ ਗਲ ਗਈ, ਜਿਹਦੇ ਕਰਕੇ ਲੋਕਾਂ ਦੇ ਵਿੱਚ ਰੋਸ ਔਰ ਉਸ ਸਮੇਂ ਦੇ ਜਿਹੜੇ ਲੋਕਾਂ ਨੇ ਤਸਕਰੀ ਕੀਤੀ ਉਹਨਾਂ ਤੇ ਕਾਰਵਾਈਆਂ ਨਹੀਂ ਹੋਈਆਂ। ਮੈਂ ਤੇ ਸਾਡੀ ਕੈਬਨਿਟ ਪੰਜਾਬ ਸਰਕਾਰ ਨੇ ਇਹਦੇ ਤੇ ਐਕਸ਼ਨ ਲੈਣਾ ਸ਼ੁਰੂ ਕੀਤਾ ਹੈ, ਲੇਕਿਨ ਕੋਰਟਾਂ ਦੇ ਰਾਹੀਂ ਜਿਹੜੀ ਕਾਰਵਾਈ ਹੈ ਉਹ ਹੋ ਰਹੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਕਨਵਿੰਸ ਕਰਿਆ ਕਿ ਕਿਸੇ ਤੇ ਵੀ ਕੋਈ ਨਜਾਇਜ਼ ਨਾ ਹੋਵੇ। ਇਸ ਲਈ ਪਹਿਲਾਂ ਮੈਂ ਆਪਣੇ ਆਪ ਨੂੰ ਪੁੱਛਿਆ ਤੇ ਆਪਣੇ ਅਫਸਰਾਂ ਨੂੰ ਪੁੱਛਿਆ, ਆਪਣੇ ਆਪ ਨੂੰ ਇਸ ਗੱਲ ਤੇ ਲੈ ਕੇ ਆਇਆ ਮੈਂ ਹਰ ਗੱਲ ਦਾ ਪਤਾ ਕਰਕੇ ਕਿ क्या ऐसी जो कर रहे हो सही है कि नहीं, क्योंकि आखिर ਨੂੰ हर किसी ने अपने इखलाक नाल घुलना हुंदा है, आखिर ਨੂੰ हर किसी ने अपनी जमीर दे नाल चलना हुंदा है। इस करके पहला मैं पता किया कि असलियत क्या है। जब मैं आप कन्विंस हो गया कि वाकई इन्हां लोगों की इन्वॉल्वमेंट रही है, इन्हां लोगों ने पंजाब दे विच नशे फैलाए है, इन्हां ने पंजाब दे विच यह सारा कुछ किया है, पंजाब की जवानी का घाण किया है, तां असीं इस मसले नूं चुक्या
ਤਾਂ ਅਸੀਂ ਇਸ ਮਸਲੇ ਤੇ ਅੱਗੇ ਵਧੇ ਹੈ। ਪਹਿਲਾਂ ਆਪਣੀ ਜ਼ਮੀਰ ਦੀ ਆਵਾਜ਼ ਸੁਣੀ ਹੈ, ਪਹਿਲਾਂ ਆਪਣੇ ਆਪ ਨੂੰ ਕਨਵਿੰਸ ਕੀਤਾ ਹੈ ਕਿ ਵਾਕਈ ਇਹ ਲੋਕ ਜਿਹੜੇ ਹੈ ਜ਼ਿੰਮੇਵਾਰ ਹੈ ਪੰਜਾਬ ਨੂੰ ਬਦਨਾਮ ਕਰਨ ਲਈ ਤੇ ਪੰਜਾਬ ਦੀ ਨੌਜਵਾਨੀ ਗਾਲਣ ਲਈ। ਉਸ ਤੋਂ ਬਾਅਦ ਹੀ ਅਸੀਂ ਇਸ ਰਸਤੇ ਤੇ ਅੱਗੇ ਤੁਰੇ। तो ये कोई केस कांग्रेस पार्टी का ਜਾਂ ਕਾਂਗਰਸ ਸਰਕਾਰ ਦਾ ਬਣਾਇਆ ਹੋਇਆ ਨਹੀਂ ਹੈ। ਇਹ ਕੇਸ 2013 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਬੀਜੇਪੀ ਦੀ ਸਰਕਾਰ ਦੇ ਸਮੇਂ ਉਜਾਗਰ ਹੋਇਆ ਹੈ। 6000 ਕਰੋੜ ਰੁਪਏ ਦਾ ਡਰੱਗ ਮਾਫੀਆ ਤੇ ਡਰੱਗ ਸਕੈਂਡਲ ਫੜਿਆ ਗਿਆ ਹੈ 2013 ਦੇ ਵਿੱਚ। ਭੋਲਾ ਤੇ ਹੋਰ ਬੰਦੇ ਇਹਦੇ ਵਿੱਚ ਮੁਲਜ਼ਮ ਬਣੇ ਹੈ ਤੇ ਉਸੇ ਸਮੇਂ ਪੰਜਾਬ ਪੁਲਿਸ ਦੇ ਵਿੱਚ ਇੱਕ ਜਿਮਨੀ ਲਿਖੀ ਗਈ ਹੈ। ਜਿਮਨੀ ਇੱਕ ਡਾਕੂਮੈਂਟ ਹੁੰਦਾ ਹੈ, ਪੰਜਾਬੀ ਚ ਉਹਨੂੰ ਜਿਮਨੀ ਕਹਿੰਦੇ ਹੈ, ਜਿਹੜਾ ਕਿ ਦੋਸ਼ੀ ਦੇ ਖਿਲਾਫ ਲਿਖਿਆ ਜਾਂਦਾ ਹੈ ਕੇਸਾਂ ਦੇ ਵਿੱਚ। ਉਹਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਏ ਨੂੰ ਜਿਮਨੀ ਦੇ ਵਿੱਚ ਇਹਦਾ ਨਾਮ ਆਇਆ ਹੈ ਕਿ ਇਹ ਵੀ ਇਹਨਾਂ ਗੱਲਾਂ ਦੇ ਵਿੱਚ ਇਨਵੋਲਵ ਹੈ। ਉਸ ਤੋਂ ਅੱਗੇ ਗੱਲ ਵਧੀ ਹੈ। ਫਿਰ ਭੋਲਾ ਨਾਮ ਦਾ ਜਿਹੜਾ ਇਹਦੇ ਵਿੱਚ ਤਸਕਰ ਮੰਨਿਆ ਗਿਆ, ਜਿਹਦੇ ਖਿਲਾਫ ਕੇਸ ਚੱਲ ਰਹੇ ਹੈ, ਜਿਹੜਾ ਜੇਲ੍ਹ ਵਿੱਚ ਹੈ, ਉਸ ਨੇ ਲਾਈਵ ਹੋ ਕੇ ਮੋਹਾਲੀ ਕੋਰਟ ਦੇ ਵਿੱਚ ਪ੍ਰੈਸ ਨੂੰ ਬਿਆਨ ਦਿੱਤਾ ਕਿ ਇਹਦੇ ਵਿੱਚ ਸਾਰਾ ਕੁਝ ਕਰਤਾ ਧਰਤਾ ਜਿਹੜਾ ਹੈ ਉਹ ਵਿਕਰਮਜੀਤ ਸਿੰਘ ਮਜੀਠੀਆ ਹੈ। ਗੱਲ ਇੱਥੇ ਰੁਕੀ ਨਹੀਂ ਹੈ। ਉਸ ਤੋਂ ਬਾਅਦ ਈਡੀ ਕੋਲ ਮਜੀਠੀਆ ਦਾ ਰੋਲ ਸਾਹਮਣੇ ਆਇਆ। ਈਡੀ ਨੇ ਪੂਰੇ ਵਿਸਤਾਰ ਦੇ ਵਿੱਚ ਇਹਨਾਂ ਦੇ ਰੋਲ ਨੂੰ ਦਰਸਾਇਆ ਤੇ ਇਹਨਾਂ ਨੂੰ ਬਾਰ-ਬਾਰ ਬੁਲਾ ਕੇ ਸਾਰੇ ਰਿਪੋਰਟਾਂ ਲਈਆਂ ਗਈਆਂ ਤੇ ਈਡੀ ਨੇ ਵੀ ਇਹਨਾਂ ਨੂੰ ਦੋਸ਼ੀ ਪਾਇਆ। ਉਸ ਤੋਂ ਬਾਅਦ ਇਹ ਗੱਲ ਇੱਥੇ ਵੀ ਨਹੀਂ ਰੁਕੀ। ਕੋਰਟ ਦੇ ਵਿੱਚ ਨਵਕਿਰਨ ਸਿੰਘ ਜਿਹੜੇ ਹਿਊਮਨ ਰਾਈਟਸ ਵਾਸਤੇ ਲੜਦੇ ਹੈ, ਉਹਨਾਂ ਨੇ ਕੋਰਟ ਦੇ ਵਿੱਚ ਕੇਸ ਪਾਇਆ ਕਿ ਜੀ ਈਡੀ ਕੋਲ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਆਇਆ ਹੈ, ਪੰਜਾਬ ਦੀ ਪੁਲਿਸ ਕੋਲ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਆਇਆ ਹੈ। ਇਹ ਅਕਾਲੀ ਦਲ ਦੇ ਟਾਈਮ ਹੋਇਆ, ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਟਾਈਮ ਹੋਇਆ ਕਿ ਫਿਰ ਸਰਕਾਰ ਇਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੀ। ਇਹਦੇ ਉੱਤੇ ਇਹ ਸੱਤਾ ਪਿੰਡੀ ਹੋਰ ਸਾਰੇ ਫਰਾਰ ਹੋਏ ਦੇ ਵਿੱਚ, ਜਿਹੜੇ ਕਿ ਇਹਦੇ ਆਪਣੇ ਬੰਦੇ ਜਿਹੜੇ ਇਹਦੇ ਘਰ ਰਹਿੰਦੇ ਰਹੇ, ਜਿਹਨੂੰ ਇਹਨਾਂ ਨੇ ਸਿਕਿਉਰਟੀਆਂ ਪ੍ਰੋਵਾਈਡ ਕਰੀਆਂ, ਆਪਣੀਆਂ ਜਿਪਸੀਆਂ ਦਿੱਤੀਆਂ, ਆਪਣੇ ਘਰ ਰੱਖੇ, ਉਹ ਲੋਕ ਅੱਜ ਫਰਾਰ ਹੈ, ਉਹਨਾਂ ਨੂੰ ਫੜਿਆ ਨਹੀਂ ਗਿਆ। ਤੇ ਨਵਕਿਰਨ ਸਿੰਘ ਦੀ ਜਿਹੜੀ ਕੋਰਟ ਵਿੱਚ ਉਹਨਾਂ ਨੇ ਕੇਸ ਪਾਇਆ, ਉਹਦੇ ਉੱਤੇ ਐਸਟੀਐਫ ਪੰਜਾਬ ਨੂੰ ਇੱਕ ਰਿਪੋਰਟ ਦੇਣ ਵਾਸਤੇ ਕਿਹਾ ਗਿਆ। ਇਹ ਕੋਰਟ ਦੇ ਮਸਲੇ ਹੈ, ਕੋਰਟ ਹਾਈ ਕੋਰਟ ਨੇ ਕਿਹਾ ਹੈ। ਉਹਦੇ ਵਿੱਚ ਹਾਈ ਕੋਰਟ ਦੇ ਕਹਿਣ ਤੇ ਐਸਟੀਐਫ ਪੰਜਾਬ ਨੇ ਸਿੱਧੂ ਜੀ ਦੇ ਏਡੀਜੀਪੀ ਹੈ, ਇੰਚਾਰਜ ਹੈ, ਉਹਨਾਂ ਨੇ ਇੱਕ ਰਿਪੋਰਟ ਦਿੱਤੀ ਕਿ ਜੀ ਆਹ ਰਿਪੋਰਟ ਹੈ, ਹਾਈ ਕੋਰਟ ਦੇ ਵਿੱਚ ਸਬਮਿਟ ਕਰਾਤੀ। ਇਹ 2017 ਦੀ ਗੱਲ ਹੈ, ਅੱਜ ਦੀ ਗੱਲ ਨਹੀਂ ਹੈ। ਅਕਾਲੀ ਦਲ ਦੀ ਸਰਕਾਰ ਦੇ ਵਿੱਚ ਪਹਿਲਾਂ ਸਾਰਾ ਕੁਝ ਇਹ ਹੋਇਆ। ਉਸ ਤੋਂ ਬਾਅਦ 2017 ਚ ਹਾਈ ਕੋਰਟ ਨੇ ਰਿਪੋਰਟ ਲਈ, ਹਾਈ ਕੋਰਟ ਦੇ ਵਿੱਚ ਰਿਪੋਰਟ ਗਈ। ਉਸ ਤੋਂ ਬਾਅਦ ਅੱਜ ਤੱਕ ਸਾਡੀ ਪਿਛਲੀ ਸਰਕਾਰ ਕੈਪਟਨ ਸਾਹਿਬ ਹੋਰਾਂ ਨੇ, ਸਾਡੇ ਐਡਵੋਕੇਟ ਜਨਰਲ ਨੇ ਇਸ ਦੀ ਸਹੀ ਪੈਰਵਾਈ ਨਾ ਕਰਕੇ ਰਿਪੋਰਟ ਨੂੰ ਖੁਲਵਾਇਆ ਨਹੀਂ, ਲਾਗੂ ਨਹੀਂ ਕਰਾਇਆ। ਹੁਣ ਜਦੋਂ ਸਰਕਾਰ ਬਦਲੀ, ਸਾਡੇ ਵਕੀਲਾਂ ਨੇ ਪੈਰਵਾਈ ਕੀਤੀ ਤਾਂ ਹਾਈ ਕੋਰਟ ਨੇ ਕਿਹਾ ਕਿ ਤੁਹਾਨੂੰ ਕੋਈ ਰੋਕ ਨਹੀਂ ਹੈ, ਤੁਸੀਂ ਕਾਰਵਾਈ ਕਰ ਸਕਦੇ ਹੋ। ਹਾਈ ਕੋਰਟ ਨੇ ਕੋਰਟ ਦੇ ਵਿੱਚ ਆਰਡਰ ਕੀਤੇ ਹੈ। ਹਾਈ ਕੋਰਟ ਦੇ ਕਹਿਣ ਤੇ ਇਹ ਐਸਟੀਐਫ ਦੀ ਰਿਪੋਰਟ ਜਿਹੜੀ ਖੋਲੀ ਗਈ ਹੈ, ਜਦ ਖੋਲ ਕੇ ਦੇਖਿਆ ਤਾਂ ਉਹਦੇ ਚ ਭੰਡਾਰਾ ਜਿਹੜਾ ਉਹ ਵਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਹੈ। ਰਿਪੋਰਟ ਦੇ ਵਿੱਚ ਕਿਹਾ ਗਿਆ ਹੈ, ਮੇਰੀ ਰਿਪੋਰਟ ਨਹੀਂ ਹੈ, ਹਾਈ ਕੋਰਟ ਦੀ ਰਿਪੋਰਟ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਐਨਫ ਐਵੀਡੈਂਸ ਹੈ, ਇਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਹੀ ਰਿਪੋਰਟ ਟੋਟਲ ਐਸੀ FIR ਦੇ ਵਿੱਚ ਕਨਵਰਟ ਕਰਕੇ ਪਰਚਾ ਦਰਜ ਕੀਤਾ ਹੈ। ਉਸ ਦੀ ਕਾਰਵਾਈ ਅੱਗੇ ਚੱਲ ਰਹੀ ਹੈ। ਇਹ ਲੜਾਈ ਇੱਕ ਵੱਡੀ ਲੜਾਈ ਹੈ, ਇਹਦੇ ਵਿੱਚ ਵੱਡੇ ਮਗਰਮੱਛ ਹੈ ਤੇ ਵੱਡੀਆਂ ਤਾਕਤਾਂ ਹੈ
ਵੱਡੀਆਂ ਤਾਕਤਾਂ ਦੇ ਸਾਹਮਣੇ ਸਾਨੂੰ ਆਪਣੇ ਆਪ ਨੂੰ ਤਕੜਾ ਕਰਕੇ ਚਟਾਨ ਵਾਂਗੂ ਖੜਨਾ ਪੈ ਰਿਹਾ ਹੈ, ਕਿਉਂਕਿ ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ। ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨੇ, ਜਿਨ੍ਹਾਂ ਇਸ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਘਾਲੀਆਂ ਨੇ। ਜੇ ਉਦਮ ਸਿੰਘ ਜੀ ਸਾਡੇ ਵਾਸਤੇ ਕੁਰਬਾਨੀਆਂ ਕਰ ਸਕਦੇ, ਜੇ ਸਾਨੂੰ ਭਗਤ ਸਿੰਘ ਜੀ ਇੱਕ ਰਾਸਤਾ ਦਿਖਾ ਕੇ ਜਾ ਸਕਦੇ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਦੇਸ਼ ਵਿਰੋਧੀ, ਸਮਾਜ ਵਿਰੋਧੀ ਤਾਕਤਾਂ ਦੇ ਖਿਲਾਫ ਤਕੜੇ ਹੋ ਕੇ ਖੜੀਏ। ਮੈਂ ਗਰੀਬ ਪਰਿਵਾਰ ਚੋਂ ਪੈਦਾ ਹੋਇਆ, ਲੇਕਿਨ ਨਾ ਮੈਨੂੰ ਪੈਸੇ ਦੀ ਲੋੜ ਹੈ, ਨਾ ਮੈਨੂੰ ਤਾਕਤ ਦੀ ਭੁੱਖ ਹੈ। ਸਿਰਫ ਤੇ ਸਿਰਫ ਜੇ ਇਸ ਲੜਾਈ ਵਿੱਚ ਕੁੱਦੇ ਹੈ ਤਾਂ ਪੰਜਾਬ ਦੀ ਜਵਾਨੀ ਵਾਸਤੇ ਕੁੱਦੇ ਹੈ। ਜੇ ਇਸ ਲੜਾਈ ਦੇ ਵਿੱਚ ਕੁੱਦੇ ਹੈ ਤਾਂ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਵਾਸਤੇ ਕੁੱਦੇ ਹੈ। ਜੇ ਇਸ ਲੜਾਈ 'ਚ ਕੁੱਦੇ ਹੈ ਤਾਂ ਸਮਾਜ ਦੇ ਸੁਧਾਰ ਵਿੱਚ ਵਾਸਤੇ ਕੁੱਦੇ ਹੈ। ਸਾਨੂੰ ਕੋਈ ਪਰਵਾਹ ਨਹੀਂ ਹੈ, ਕੋਈ ਖਤਰਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਆਪਣੇ ਇਰਾਦਿਆਂ ਤੋਂ ਰੋਕ ਨਹੀਂ ਸਕਦਾ। ਮੈਂ ਆਪਣੇ ਉਹਨਾਂ ਨੌਜਵਾਨਾਂ ਨੂੰ ਬਹੁਤ ਪਸੰਦ ਕਰਦਾ ਜਿਹੜੇ ਫੋਟੋ ਭਗਤ ਸਿੰਘ ਦੀ ਲਗਾ ਕੇ ਰੱਖਦੇ, ਕਿਉਂਕਿ ਉਹਨਾਂ 'ਚ ਕੋਈ ਖੋਟ ਨਹੀਂ ਹੁੰਦੀ। ਮੈਂ ਉਸ ਭਗਤ ਸਿੰਘ ਤੋਂ ਇਨਸਪੀਰੇਸ਼ਨ ਲੈ ਰਿਹਾ, ਕਿਉਂਕਿ ਇਹ ਸਾਡਾ ਫਰਜ਼ ਬਣਦਾ ਹੈ ਜਿਹੜਾ ਸਾਡੀਆਂ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ, ਕਿਉਂਕਿ ਉਹਦੇ ਆਪਣੇ ਰਿਸ਼ਤੇਦਾਰ ਹੋਮ ਮਿਨਿਸਟਰ ਸੀ, ਉਹਦਾ ਆਪਣਾ ਰਿਸ਼ਤੇਦਾਰ ਮੁੱਖ ਮੰਤਰੀ ਸੀ। ਇਸ ਕਰਕੇ ਉਹਨਾਂ ਨੇ ਇਸ ਬੰਦੇ ਤੇ ਕਾਰਵਾਈ ਨਹੀਂ ਕੀਤੀ। ਅਜਿਹੇ ਇੱਕ ਨਹੀਂ ਹੋਰ ਵੀ ਨਿਕਲਣਗੇ। ਆਪਣੇ ਰਿਸ਼ਤੇਦਾਰ ਨੂੰ ਬਚਾਇਆ ਗਿਆ ਹੈ, ਸਰਪ੍ਰਸਤੀ ਦਿੱਤੀ ਗਈ ਹੈ, ਤੇ ਅੱਜ ਪੰਜਾਬ ਇਹਨਾਂ ਨੇ ਬਦਨਾਮ ਕੀਤਾ ਸੀ। ਉਸ ਗੱਲ ਨੂੰ ਅੱਗੇ ਲੈ ਕੇ ਆਉਣਾ ਹੈ। ਅੱਗੇ ਨੂੰ ਉਹ ਲੋਕ ਜਿਹੜੇ ਪੰਜਾਬ ਦੇ ਵਿੱਚ ਅਜੇ ਵੀ ਨਸ਼ਿਆਂ ਦੀ ਤਸਕਰੀ ਕਰਦੇ, ਉਹਨਾਂ ਨੂੰ ਵੀ ਇੱਕ ਸਬਕ ਉਹ ਸਿਖਾਉਣਾ ਹੈ। ਜਿਹੜੇ ਨਸ਼ੇ ਕਰਦੇ ਆ, ਥੋੜੇ ਥੋੜੇ ਬੱਚਿਆਂ ਨੂੰ ਲਗਾਤਾ, ਜਿਨ੍ਹਾਂ ਦੀ ਜਵਾਨੀਆਂ ਗਾਲਤੀਆਂ, ਉਹਨਾਂ ਨੂੰ ਫੜ ਕੇ ਅੰਦਰ ਦੇਈ ਜਾਂਦੇ ਐ। ਅਸੀਂ ਉਹ ਤਾਂ ਨਹੀਂ ਤਾਂ ਮਜਬੂਰੀ ਬੜੀ ਵੀ ਹੈ ਕਿ ਜੀ ਉਹ ਨਸ਼ਾ ਕਰਨਾ ਪੈ ਰਿਹਾ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਲੱਤ ਲੱਗ ਗਈ ਹੈ ਸਰੀਰ ਨੂੰ। ਉਹਨਾਂ ਨੂੰ ਤਾਂ ਸਹਿਨਭੂਤੀ ਦੇ ਨਾਲ ਅਸੀਂ ਆਪਣੇ ਹਸਪੀਟਲਾਂ ਜਾ ਕੇ ਠੀਕ ਕਰਾਣਾ ਹੈ। ਫੜਨਾ ਤਾਂ ਇਹਨਾਂ ਲੋਕਾਂ ਨੂੰ ਹੈ ਜਿਨ੍ਹਾਂ ਨੇ ਸਾਰਾ ਕੁਝ ਕਰਾਇਆ ਹੈ। ਇਸ ਕਰਕੇ ਔਰ ਫਿਰ ਮੈਂ ਤੁਹਾਨੂੰ ਇਸ ਤੋਂ ਅੱਗੇ ਵੀ ਗੱਲ ਕਰਨਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਵਾਲੇ ਅੱਜ ਕਹਿੰਦੇ ਆ ਜੀ ਇਹ ਤਾਂ ਡਰਾਮਾ ਕਰਤਾ। ਮੈਂ ਕਹਿੰਦਾ ਇਹ ਜਿਹਾ ਡਰਾਮਾ ਕਰਕੇ ਦੇਖੋ, ਕੋਈ ਪਤਾ ਲੱਗੇਗਾ ਨਾ ਵੀ ਕਿਆ ਭਾਅ ਵਿਕਦੀ ਹੈ ਤੇ ਕਿਸ ਤਰ੍ਹਾਂ ਖੜਨਾ ਪੈਂਦਾ, ਕਿਸ ਤਰ੍ਹਾਂ ਪੁਲਿਸ ਅਫਸਰਾਂ ਨੂੰ ਖਿਡਾਉਣਾ ਪੈਂਦਾ ਹੈ, ਕਿਸ ਤਰੀਕੇ ਦੇ ਨਾਲ ਅਗਲੇ ਕਰੋੜਾਂ ਅਰਬਾਂ ਰੁਪਈਆ ਆਫਰ ਕਰਦੇ ਆ, ਕਿਸ ਤਰੀਕੇ ਦੇ ਨਾਲ ਦਬਕੇ ਵੱਜਦੇ ਸਾਡੇ ਅਫਸਰਾਂ ਨੂੰ। ਇਹ ਤਾਂ ਕੇਜਰੀਵਾਲ ਆ ਕੇ ਦੇਖੇ, ਕੇਜਰੀਵਾਲ ਨੂੰ ਤਾਂ ਇੱਕੋ ਦਬਕਾ ਵੱਜਿਆ ਸੀ। ਆ ਉਹਦਾ ਐਫੀਡੇਵਿਟ ਹੈ, ਮਾਫੀਨਾਮਾ, ਜਿਹੜਾ ਉਹਨੇ ਕੋਰਟ ਦੇ ਵਿੱਚ ਜਮ੍ਹਾਂ ਕਰਾਇਆ। ਮੈਂ ਆਪ ਜੀ ਨੂੰ ਜਾਣਕਾਰੀ ਵਾਸਤੇ ਪੜ੍ਹ ਕੇ ਸੁਣਾ ਰਿਹਾ। ਆਮ ਆਦਮੀ ਪਾਰਟੀ ਦਾ ਜਿਹੜਾ ਕਰਤਾ ਧਰਤਾ ਕੇਜਰੀਵਾਲ ਦੇ ਕਣ ਸੀ, ਉਹ 10 MLA ਇਸ ਨੂੰ ਇਸ ਕਰਕੇ ਛੱਡ ਕੇ ਚਲੇ ਗਏ ਕਿ ਸਾਡੇ ਨੌਜਵਾਨਾਂ ਦੀ ਜਵਾਨੀ ਗਲਦੀ ਦੇਖ ਕੇ ਤੈਨੂੰ ਜ਼ਿਆਦਾ ਪਿਆਰੀ ਹੋ ਗਈ ਦਿੱਲੀ ਦਾ ਮੁੱਖ ਮੰਤਰੀ ਬਣਨਾ, ਤੂੰ ਡਰ ਗਿਆ, ਤੂੰ ਖੜ ਨਹੀਂ ਸਕਿਆ ਸਾਹਮਣੇ। ਪਹਿਲਾਂ ਦਗਮਜੇ ਮਾਰਦੇ ਸੀ ਚੋਣਾਂ ਤੋਂ ਪਹਿਲਾਂ ਵੋਟਾਂ ਲੈਣ ਨੂੰ, ਜਦ ਵੋਟਾਂ ਖਤਮ ਹੋ ਗਈਆਂ ਤਾਂ ਆਹ ਮਾਫੀਨਾਮਾ ਕੇਜਰੀਵਾਲ ਨੇ ਕੋਰਟ ਵਿੱਚ ਦਿੱਤਾ। ਲੈਟਰ ਹੈ ਉਹਦਾ, ਲੈਟਰ ਹੈਡ ਤੇ ਆ ਮੈਂ ਹੁਣ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਆਮ ਆਦਮੀ ਪਾਰਟੀ ਦਾ ਲੈਟਰ ਹੈਡ ਹੈ, ਕੇਜਰੀਵਾਲ ਦੇ ਦਸਤਖਤ ਹੈ। Subject: retraction of allegations made against you and an offer of regret। ਕਹਿੰਦਾ ਜੀ ਜਿਹੜੇ ਮੈਂ ਤੁਹਾਡੇ ਪਰ ਐਲੀਗੇਸ਼ਨ ਲਗਾਏ ਹੈ ਉਹਨਾਂ ਨੂੰ ਵਾਪਸ ਲੈ ਰਿਹਾ, ਉਹਨਾਂ ਤੋਂ ਵਾਪਸ ਘੁੰਮ ਰਿਹਾ, ਗੋਡੇ ਟੇਕ ਰਿਹਾ ਆਪਣੇ, ਔਰ ਮੈਂ ਤੁਹਾਤੋਂ ਮਾਫੀ ਮੰਗ ਰਿਹਾ। ਇਹ ਮਜੀਠੀਏ ਨੂੰ ਲਿਖ ਰਿਹਾ ਹੈ ਕੇਜਰੀਵਾਲ, ਔਰ ਇਹ ਕੋਰਟ ਦੀ ਡਾਕੂਮੈਂਟ ਹੈ, ਅੰਮ੍ਰਿਤਸਰ ਕੋਰਟ ਚੋਂ ਕਢਾਇਆ ਗਿਆ ਹੈ। ਇਹ ਤੁਹਾਡੇ ਸਾਹਮਣੇ ਕਰ ਰਿਹਾ ਕੇਜਰੀਵਾਲ ਤੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ। ਇਹ ਮੈਂ ਤੁਹਾਨੂੰ ਦੇਣ ਵਾਸਤੇ ਪੜ੍ਹ ਰਿਹਾ। In the recent past,
I made certain statements and allegations against you. मतलब मजीठिया मैं थोड़े पिछले समय दे विच थोड़े खिलाफ गलती नाल बोल गया, बहुत सारे शब्द थोड़े पर एलिगेशन लगाए। मजीठिया नूं केजरीवाल कह रहा है regarding your alleged involvement in drug trade. These statements became a political issue. Now I have learnt that allegations are unfounded. Hence there should be no politics on such issues. Because of my allegations made against you at various political rallies, public meetings, TV programs, print, electronic and social media, you filed a defamation case against us in the Honorable Court at Amritsar. I hereby withdraw all my statements and allegations made against you and apologize for the same. शर्मनाक गल, I hereby withdraw, ये मैं ਤੁਹਾਨੂੰ पढ़ के सुना रहा। केजरीवाल का एफीडेविट ਉਹਦੀ ਲੈਟਰ ਪੈਡ ਤੇ ਲੈਟਰ ਕਿ मजीठिया जी मैं गोडे टेक दिते, मैं हाथ जोड़ रहा, जो मैं थोड़े खिलाफ बोलिया कि तुसी नशे दे तस्कर हो, मैनू माफ करो, मैं ये सारे एलिगेशन वापस ले रहा। All my statements and allegations made against you and apologize for the same, और मैं माफी मांगदा। The damage caused to your esteem, the hurt caused to your family, friends, well-wishers, followers and loss caused to you is regretted। ਇਹ ਕੇਜਰੀਵਾਲ ਹੈ। ਪੰਜਾਬ ਦੇ ਲੋਕਾਂ ਦੇ ਨਾਲ ਖੜਨ ਵਾਸਤੇ ਲੱਤਾਂ 'ਚ ਜਾਨ ਚਾਹੀਦੀ ਹੈ। ਪੰਜਾਬ ਦੇ ਲੋਕਾਂ ਦੇ ਨਾਲ ਖੜਨ ਵਾਸਤੇ ਆਪਣੇ ਘਰ ਪਰਿਵਾਰ, ਆਪਣੇ ਸਿਰ ਤੇ ਕੱਫਣ ਬੰਨਣਾ ਪੈਂਦਾ ਹੈ, ਜਿਹੜਾ ਅਸੀਂ ਬੰਨ ਕੇ ਤੁਰੇ ਹਾਂ। ਇਹ ਲੋਕ ਪੰਜਾਬ ਦੀ ਹਿਫਾਜ਼ਤ ਕਰਨ ਦੇ ਕਾਬਿਲ ਨਹੀਂ ਹੈ। ਇਹਨਾਂ ਨੂੰ ਹੁਣ ਆਪਣਾ ਸਟੇਟਸ, ਆਪਣੀ ਸਥਿਤੀ, ਆਪਣੀ ਸੋਚ ਸਪਸ਼ਟ ਕਰਨੀ ਚਾਹੀਦੀ ਕਿ ਅੱਜ ਇਹ ਕਿੱਥੇ ਖੜੇ ਹੈ। ਇਹਨਾਂ ਨੂੰ ਹੁਣ ਜਦ ਵਿਕਰਮ ਮਜੀਠੀਏ ਨੂੰ किताबों में ले लिया गया, वो परचा दर्ज कर दिता गया तो फरार है, तो अपने आप को जस्टिफाई करने वास्ते सामने नहीं आ रहा, तो हुण इन्हां नूं पंजाब के लोगों से माफ़ी मंगनी चाहिए। भगवंत मान जिहड़ा उन्हां दे नाल खड़ा है, जे कल्ला एक भगवंत मान है जिन्हें केजरीवाल नूं नहीं कहा आम आदमी पार्टी कि तुसीं गलत कीता है, तुहानूं माफ़ी नहीं मंगनी चाहिए सी। अज भी भगवंत मान कहे कि केजरीवाल की गलती सी, इसने माफ़ी नहीं मंगी, इसने माफ़ी मंगी है, इसनूं नहीं मंगनी चाहिए सी। अज भी केजरीवाल ते भगवंत मान पंजाब के लोगों से माफ़ी मंग लेण तां पंजाब के लोग खुले दिलों वाले माफ़ कर देणगे। लेकिन फिर 2 महीने बाद किसी ने नहीं करना। इन्हां ने भी पंजाब दे नाल मजीठीए दे नाल मिल के धोखा कीता। ये एक दिन च लैटर नहीं बनी। ये दिल्ली का जिहड़ा हुणे लीडर बीजेपी शामिल होया, क्या नाम, सिरसा, उसने इन्हां दा बैठ के समझौता कराया सी। भगवंत मान केजरीवाल उन्हां दा समझौता विक्रम मजीठीए दे नाल सिरसे ने करा के आ लैटर जारी कराई है केजरीवाल तो, ਜਿਹੜੀ कि पंजाब की नौजवानी, पंजाब दियां मावां दियां कुखां, पंजाब की अर्थव्यवस्था, पंजाब का समाजिक जीवन, पंजाबियां दे पिठ दे विच छुरा मारिया अंदर खाते इन्हां ने बैठ के। इसलिए केजरीवाल इसका जवाब देवे। ते मैं बिल्कुल क्लीयर कर देना चाहता है, ऐसी आ थोड़ी जी मुहावरा है कि बिजली बिल्ली थैले तो बाहर आ गई, ये कड्डी है। यही जी बिल्ली एक कैप्टन अमरिंदर सिंह भी है, वो भी कड्डी है, वो भी हुण मजीठीए के हक च बोलते हैं। रिश्तेदारियां याद आ गई। वो दिन याद नहीं है जिस दिन कहता हुंदा सी ये छोटा जा बलूंगड़ा मैं इहनूं देखूंगा। हुण बलूंगड़े दे नाल बिल्ली भी बाहर आ गई, दोनों आ गए बाहर। सो मैं कहना चाहता है कि ऐसी गरीब हो सकते हैं, कमजोर नहीं है। ऐसी पार्टी साडी
ਨੈਸ਼ਨਲਿਸਟ ਹੈ, ਨੇਸ਼ਨ ਦੇ ਵਾਸਤੇ ਹਮੇਸ਼ਾ ਲੜੀ ਹੈ ਤੇ ਲੜਾਂਗੇ। ਇਹ ਨੈਸ਼ਨਲ ਲੜਾਈ ਹੈ, ਇਹ ਪੂਰੇ ਸੂਬੇ ਦੇ ਲੋਕਾਂ ਦੀ ਲੜਾਈ ਹੈ, ਇਹ ਨੌਜਵਾਨਾਂ ਦੀ ਲੜਾਈ ਹੈ। ਅਸੀਂ ਇਹਦੇ ਵਾਸਤੇ ਲੜਾਂਗੇ। ਔਰ ਉਹ ਲੋਕ ਜਿਹੜੇ ਪੰਜਾਬ ਦੇ ਸਮਾਜ ਨੂੰ ਗੰਧਲਾ ਕਰਨ ਵਾਸਤੇ ਜਿਨ੍ਹਾਂ ਨੇ ਨਸ਼ੇ ਫੈਲਾਏ ਹੈ, ਉਹਨਾਂ ਨੂੰ ਲੌਜੀਕਲ ਐਂਡ ਤੱਕ ਲੈ ਕੇ ਜਾਵਾਂਗੇ। ਇਹ ਲੜਾਈ ਇੱਥੇ ਨਹੀਂ ਮੁੱਕੇਗੀ। ਹੋਰ ਵੀ ਇਹਦੇ ਵਿੱਚ ਬਹੁਤ ਸਾਰੇ ਲੋਕ ਆਣਗੇ, ਇਹਨਾਂ ਦੀਆਂ ਪ੍ਰਾਪਰਟੀਆਂ ਵੀ ਆਣਗੀਆਂ, ਇਹਨਾਂ ਦੇ ਰੇਤੇ ਦੇ ਬਿਜ਼ਨਸ ਵੀ ਆਣਗੇ, ਇਹਨਾਂ ਦੇ ਲੀਕਰ ਬਿਜ਼ਨਸ ਵੀ ਆਣਗੇ। ਇਹ ਸਾਰੀਆਂ ਚੀਜ਼ਾਂ ਦੇਖੀਆਂ ਜਾਣਗੀਆਂ। ਸੋ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹੋਰ ਜੇ ਕੋਈ ਗੱਲ मैंने नहीं कहा था जी, मैंने ये नहीं कहा कि एसोसिएटेड है। मैंने ये कहा है कि ये जो नशे का माफिया है इसके ऊपर कार्रवाई शुरू हुई है। हो सकता है कि ये जो धमाका हुआ है, क्योंकि कोर्ट में हुआ है, इधर मोहाली कोर्ट में केस लगा हुआ है और लुधियाना कोर्ट में बम धमाका हो रहा है। मैंने कहा हो सकता है इसका लिंक हो, इसकी तहकीकात की जा रही है। आज केंद्र से भी लीडर आ रहे हैं, मंत्री जी आ रहे हैं, मैं भी कल गया था। हर जो हरमंदर साहब और कपूरथला में हुआ है उसकी भी हम, क्योंकि हरमंदर साहब एसजीपीसी ने कहा पहले हम जांच करेंगे, हमने कहा करो। कपूरथला में बात आगे बढ़ रही है, वहां कोई पंजाबी च बोलना जी तुसीं कपूरथला दे विच ਜਿਹੜਾ ਬੇਅਦਬੀ ਦੀ ਗੱਲ ਹੋਈ ਹੈ ਉਹ ਸਾਨੂੰ ਬੇਅਦਬੀ ਦੀ ਕੋਈ ਉੱਥੇ ਗੱਲ ਨਹੀਂ ਮਿਲੀ ਤੇ ਕਿਸੇ ਤਰ੍ਹਾਂ ਦਾ ਕੋਈ ਐਵੀਡੈਂਸ ਨਹੀਂ ਹੈ ਕਿ ਬੇਅਦਬੀ ਹੋਈ ਹੈ। ਉਹ ਇੱਕ ਬੰਦਾ ਆਪਣੇ ਘਰ ਦੇ ਉੱਪਰ ਮਹਾਰਾਜ ਦੀ ਸਵਾਰੀ ਨੂੰ ਉਹਨਾਂ ਨੇ ਰੱਖਿਆ ਹੋਇਆ ਹੈ, ਥੱਲੇ ਉਹ ਆਪ ਰਹਿੰਦੇ ਹੈ ਤੇ ਇਹ ਗੱਲ ਕਤਲ ਵੱਲੋਂ ਗਈ ਹੈ। ਇਸ ਕਰਕੇ ਇਸ ਦੀ ਇਨਕੁਆਇਰੀ ਚੱਲ ਰਹੀ ਹੈ। ਜੋ ਸਾਹਮਣੇ ਆਏਗਾ ਅੱਜ ਉਮੀਦ ਹੈ ਉਸ ਤੇ ਨਿਤਾਰਾ ਹੋ ਜਾਏਗਾ। ਅਸੀਂ ਇਹ ਮਾਮਲਾ ਟਰੇਸ ਕਰ ਲਿਆ ਹੈ, ਇਸ ਮਸਲੇ ਨੂੰ ਅਸੀਂ ਹੱਲ ਕਰ ਲਿਆ ਹੈ ਤੇ ਅੱਜ ਹੱਲ ਦੇ ਮੁਤਾਬਕ FIR ਨੂੰ ਅਮੈਂਡ ਕਰ ਦਿੱਤਾ ਜਾਏਗਾ। ਹਾਂਜੀ देखो ऐसी सारियां रिपोर्टां कोर्ट के सामने रख दित्तियां, वो रिपोर्ट भी कोर्ट के सामने गई है। कोर्ट ने आखिर दे विच सानू कहा कि तुसीं इहदे ते कार्रवाई करो, तुसीं करदे क्यों नहीं, आ सानू करके दसो। ऐसी कीती STF ਦੀ ਰਿਪੋਰਟ ਤੇ ਪਰਚਾ ਦਰਜ ਹੋ ਗਿਆ ਹੈ। ਇਹਦੀ ਇਨਵੈਸਟੀਗੇਸ਼ਨ ਜਾਰੀ ਹੈ। ਇਹਦੇ ਜਿਹੜਾ ਸਾਹਮਣੇ ਆਏਗਾ ਉਹ ਚੱਕਿਆ ਜਾਏਗਾ। ਮੈਂ ਤਾਂ ਕਹਿ ਰਿਹਾ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜੋ ਇਹਦੇ ਵਿੱਚ ਆਏਗਾ ਉਹ ਫਸੇਗਾ। ऐसा है कि कल मेरी अमित शाह जी नाल भी गल हुई सी, उन्हां दी भी सपोर्ट लई जा रही है इस मसले नूं हल कर लई, इहदे लभण लई। उन्हां दीयां भी टीमां इत्थे आईयां होईयां, मैं उन्हां नाल गल कीती सी, उन्हां दे मिनिस्टर भी अज इत्थे आए है, क्योंकि RDX ते कुछ ऐसे इशू है जिहड़े पंजाब कोल वो सिस्टम नहीं है। वो केंद्र सरकार दी एजेंसियां आके देखदियां है किस लैवल दा RDX कित्थों आया हो सकदा, वो सारियां चीज़ां दी तहकीकात हो रही है। कोई ऐसा नहीं बात है, हम अपनी तरफ से पूरे सतर्क हैं और हर तरीके से सतर्की से काम कर रहे हैं। अभी तक मेरी नॉलेज में ऐसा कुछ आया नहीं।
इसकी पूरी तहकीकात, वहाँ जितने कैमरे लगे हुए हैं, हर चीज से यही एविडेंस अभी तक यही आ रहा है कि वही आदमी ऑपरेट करने वाला था, उसकी अपने ऊपर ही चल गया। अजे तक तो ये पता लग्या कि उत्थे किसी तरह की बेअदबी की गल नहीं है। अजे तक इत्थे असीं पहुंचे हैं और वो बंदे नूं फड़ के मार दिता है। इत्थे तक असीं पहुंचे। चार्जशीट होए ने, चलान भी पेश किया गया, उस बंदे नूं, उस अफसरां नूं यूज किया गया बिशप टीचर के खिलाफ केस दर्ज करनगे, ਜਿਹੜੇ ਚੰਗੇ अफसर सी उन्हां ना कर ਦਿੱਤੀ। देखो ਜਿਹੜਾ सही काम करे, हुण जे हो गया आ गल, पूरा पंजाबी लोग तड़प तड़प के कह रहे सी कि जी जिन्हां लोकां ने साडियां जवानियां गालियां उन्हां ते परचे दर्ज किए जाण, उन्हां नूं फड़ के अंदर किया जावे। ये अज दी नहीं है डिमांड, यह सारियां पार्टियां दी मैनीफेस्टो विच है। ये सारियां पार्टियां विच ही करियां सी। पार्टी कद मैनीफेस्टो च कोई गल दिंदी है, पार्टी कद स्टेजां पर बोलती है, जदों लोकां दी डिमांड होवे। ये तो आवाजे खलकत, आवाजे खुदा बन गई है कि इन्हां ते कार्रवाई होनी चाहिए सी ते कार्रवाई हुई है। ऐसी कोई गल नहीं है। मैं परमिंदर सिंह पिंकी नाल भी गल कीती है, उहदे नाल बिठा के उन्हां नूं सुनिया है, वो उन्हां दा अपना कोई मसला सी। ऐदा है, मैं कदे भी जब कोई पत्तर गल करदा उहनूं रूल आउट नहीं करदा, लेकिन असल दे विच क्या है, हर लोग करप्शन दे विच भी लोग कहते यार बड़ियां नूं कोई फड़दा नहीं है, इत्थे आके थल्ले क्लर्कां नूं हत्थ पाई जांदे। इसे तरह बड़े तस्करां नूं कोई फड़दा नहीं है, वो जिहड़े नशे माड़ा मोटा कोई मुंडे ने खा लिया उन्होंने फड़ के अंदर दे देने। 50,000 बंदा मेरे पास, देखो हाँ मैं तुहानूं दस्सां किन्ने परचे होए आ। 51,011 केस NDPS दे दर्ज होए है। 66,376 अरेस्टां हुई हैं पिछले 4 सालां च। 2399 किलोग्राम हैरोइन फड़ी गई है, 13 किलोग्राम स्मैक फड़ी गई है, 31 किलोग्राम, 220 करोड़ की प्रॉपर्टी जब्त की गई है। लेकिन ये जिहड़े 66,000 बंदे बड़े तस्कर नहीं है, इहदे विच ज़्यादा वो है जिहड़े लोग नूं लत्त ते लगा लिया गया ते फड़ वो खाण लग गए। इस करके जद तक तुसी बड़े बंदियां नूं हत्थ नहीं पाउंदे थल्ले डरे नहीं जाता, क्योंकि ये लोग उपर ते हल्लाशेरी दिंदे रहंदे सी कि तुसी फिक्र ना करो सब कुछ है। एक्चुअली दिस इज नॉट ए डिबेट, मतलब एक ही क्वेश्चन पूछ लो। देखो कोविड का खतरा है, इस करके सानू इहदा ध्यान रखना चाहिए। मैं पंजाबियों नूं, पंजाब के लोगों को बेनती करना चाहता कि एहतियात बरतते रहो। कोविड कई देशों ने फिर तो इस बारे अपनी कार्रवाई शुरू कर दी गई है, ये रोकना लाउणियां शुरू कर दी हैं। ऐसी पंजाब फिलहाल रोक नहीं लगा रहे, लेकिन जरूर अवेयर करना चाहता है कि लोग इस बारे एहतियात बरतन। ओके जी, थैंक यू, बहुत हो गया।